ਹਾਲੇਲੂਇਆ ਪ੍ਰੇਜ਼ ਦ ਲਾਰਡ। ਆਓ ਅਸੀਂ ਅੱਜ ਪਰਮੇਸ਼ਰ ਦੇ ਬਾਰੇ ਦੇਖਾਂਗੇ, ਪਰਮੇਸ਼ਰ ਦੇ ਬਾਰੇ ਜਾਣਾਂਗੇ ਕਿ ਪਰਮੇਸ਼ਰ ਕੀ ਹੈ। ਸੋ ਸੰਸਾਰ ਵਿੱਚ ਇੱਕ ਬਹੁਤ ਡੂੰਘਾ ਭੇਤ ਹੈ, ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਇਨਸਾਨ ਪਰਮੇਸ਼ਰ ਦੇ ਬਾਰੇ ਪੂਰੀ ਤਰ੍ਹਾਂ ਉੱਤਰ ਨਹੀਂ ਦੇ ਸਕਦਾ, ਪਰੰਤੂ ਪਰਮੇਸ਼ਰ ਦੇ ਵਚਨ ਅਰਥਾਤ ਪਵਿੱਤਰ ਬਾਈਬਲ ਦੁਆਰਾ ਅਸੀਂ ਜਾਣ ਸਕਦੇ ਹਾਂ ਕਿ ਪਰਮੇਸ਼ਰ ਕੀ ਹੈ। ਸੱਚਮੁੱਚ ਪਰਮੇਸ਼ਰ ਦੇ ਪਿਆਰੇ ਲੋਕੋ, ਜੋ ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇਨਸਾਨੀ ਬੁੱਧੀ ਦੇ ਦੁਆਰਾ ਪਰਮੇਸ਼ਰ ਨੂੰ ਨਹੀਂ ਜਾਣ ਸਕਦੇ, ਕਿਉਂਕਿ ਇਨਸਾਨੀ ਬੁੱਧੀ ਦੇ ਦੁਆਰਾ ਪਰਮੇਸ਼ਰ ਬਣਾਇਆ ਨਹੀਂ ਜਾ ਸਕਦਾ। ਪਰਮੇਸ਼ਰ ਜਿਸ ਨੇ ਸਾਨੂੰ ਅਤੇ ਸਭ ਕੁਝ ਬਣਾਇਆ, ਉਹ ਪਰਮੇਸ਼ਰ ਹੈ। ਉਹ ਸਭ ਚੀਜ਼ਾਂ ਦਾ ਮਾਲਿਕ ਹੈ ਅਤੇ ਸਾਡੇ ਦਿਮਾਗ ਦੀ ਪਹੁੰਚ ਤੋਂ ਦੂਰ ਹੈ। ਸੋ ਆਓ ਅਸੀਂ ਦੇਖਾਂਗੇ ਹੁਣ ਪਰਮੇਸ਼ਰ ਨੂੰ ਜਾਣਨ ਲਈ ਪਰਮੇਸ਼ਰ ਦੇ ਦਿੱਤੇ ਹੋਏ ਉਪਾਏ ਅਰਥਾਤ ਪਰਮੇਸ਼ਰ ਦਾ ਵਚਨ ਪਵਿੱਤਰ ਬਾਈਬਲ ਦੇ ਵਿੱਚੋਂ। ਅਸੀਂ ਦੇਖਦੇ ਹਾਂ ਬਾਈਬਲ ਵਿੱਚ ਪ੍ਰਸ਼ਨ ਆ ਇਨਸਾਨ ਦੇ ਲਈ, ਔਰ ਇਸ ਪ੍ਰਕਾਰ ਲਿਖਿਆ ਹੈ। ਜਦੋਂ ਅਸੀਂ ਅਯੂਬ ਦੀ ਕਿਤਾਬ ਉਹਦਾ 36 ਅਧਿਆਇ ਉਹਦੀ 26 ਆਇਤ ਪੜ੍ਹਦੇ ਹਾਂ, ਲਿਖਿਆ ਹੈ ਪਰਮੇਸ਼ਰ ਮਹਾਨ ਹੈ, ਅਸੀਂ ਉਸ ਨੂੰ ਜਾਣ ਨਹੀਂ ਸਕਦੇ। ਮੇਰੇ ਜਦੋਂ ਬਾਈਬਲ ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ ਹੋਇਆ ਹੈ ਕਿ ਪਰਮੇਸ਼ਰ ਮਹਾਨ ਹੈ, ਉਹ ਆਲਮਾਈਟੀ ਗੋਡ ਹੈ, ਸਾਡੀ ਸਮਝ ਤੋਂ ਦੂਰ ਹੈ, ਅਸੀਂ ਉਸ ਨੂੰ ਪੂਰੀ ਤਰੀਕੇ ਨਾਲ ਸਮਝ ਨਹੀਂ ਸਕਦੇ ਤੇ ਨਾ ਹੀ ਅਸੀਂ ਉਸਨੂੰ ਜਾਣ ਸਕਦੇ ਹਾਂ। ਫਿਰ ਅਯੂਬ ਦੀ ਕਿਤਾਬ ਉਹਦਾ 37 ਅਧਿਆਇ ਉਹਦੇ 23 ਆਇਤ ਵਿੱਚ ਲਿਖਿਆ ਹੈ ਅਸੀਂ ਉਸ ਨੂੰ ਲੱਭ ਵੀ ਨਹੀਂ ਸਕਦੇ। ਅੱਜ ਬਹੁਤ ਸਾਰੇ ਪਰਮੇਸ਼ਰ ਦੀ ਭਾਲ ਦੇ ਵਿੱਚ ਜਾਂਦੇ ਨੇ, ਪਰਮੇਸ਼ਰ ਨੂੰ ਖੋਜਣਾ ਚਾਹੁੰਦੇ ਨੇ, ਪਰੰਤੂ ਪਰਮੇਸ਼ਰ ਏਦਾਂ ਭਾਲਿਆ ਨਹੀਂ ਜਾ ਸਕਦਾ ਜਿੱਦਾਂ ਅਸੀਂ ਭਾਲਣਾ ਚਾਹੁੰਦੇ ਹਾਂ। ਸੋ ਸਾਨੂੰ ਪਰਮੇਸ਼ਰ ਨੂੰ ਭਾਲਣ ਲਈ ਵੀ ਪਰਮੇਸ਼ਰ ਦੇ ਕੀਤੇ ਹੋਏ ਉਪਾਇਆਂ ਦੇ ਦੁਆਰਾ, ਦਿੱਤੇ ਹੋਏ ਪਰਮੇਸ਼ਰ ਦੇ ਵਚਨ ਦੇ ਦੁਆਰਾ ਹੀ ਅਸੀਂ ਪਰਮੇਸ਼ਰ ਨੂੰ ਭਾਲ ਸਕਦੇ ਹਾਂ ਕਿ ਪਰਮੇਸ਼ਰ ਕੀ ਹੈ ਤੇ ਕਿੱਥੇ ਰਹਿੰਦਾ ਹੈ। ਸੋ ਤੀਸਰਾ ਵਚਨ ਲਿਖਿਆ ਹੈ ਯਸ਼ਾਇਆ ਨਬੀ ਦੇ ਦੁਆਰਾ 40 ਅਧਿਆਇ ਅਤੇ ਉਹਦੀ 18 ਤੇ 25 ਆਇਤ ਵਿੱਚ। ਇਹ ਬਹੁਤ ਗੌਰ ਕਰਨ ਵਾਲਾ ਵਚਨ ਹੈ। ਇਹਦੇ ਵਿੱਚ ਲਿਖਿਆ ਹੈ ਪਰਮੇਸ਼ਰ ਆਖਦਾ ਹੈ ਤੁਸੀਂ ਮੈਨੂੰ ਕਿਸ ਵਰਗਾ ਦੱਸੋਗੇ। ਹੁਣ ਅਸੀਂ ਇਹ ਇਨਸਾਨ ਦੀ ਗਿਆਨ ਦੇ ਨਾ ਹੋਣ ਕਾਰਨ ਆ ਕਿ ਉਹ ਪਰਮੇਸ਼ਰ ਨੂੰ ਹਰ ਤਰੀਕੇ ਦਾ ਬਣਾ ਦਿੰਦਾ ਹੈ, ਕਿਸੇ ਨਾ ਕਿਸੇ ਚੀਜ਼ ਨੇ ਉਹਦੇ ਨਾਲ ਤੁਲਨਾ ਕਰ ਦਿੰਦਾ ਹੈ। ਪਰ ਲਿਖਿਆ ਹੈ ਪਰਮੇਸ਼ਰ ਕਹਿੰਦਾ ਤੁਸੀਂ ਮੈਨੂੰ ਕਿਹਦੇ ਵਰਗਾ ਦੱਸੋਗੇ ਜਾਂ ਮੇਰੀ ਤੁਲਨਾ ਕਿਸ ਚੀਜ਼ ਦੇ ਨਾਲ ਕਰੋਗੇ। ਪ੍ਰਿਯੋ, ਪਰਮੇਸ਼ਰ ਦੀ ਤੁਲਨਾ ਅਸੀਂ ਕਿਸੇ ਦੇ ਨਾਲ ਵੀ ਨਹੀਂ ਕਰ ਸਕਦੇ। ਸੋ ਆਓ ਅਸੀਂ ਹੁਣ ਪਵਿੱਤਰ ਬਾਈਬਲ ਚੋਂ ਅੱਗੇ ਦੇਖਦੇ ਹਾਂ ਪਰਮੇਸ਼ਰ ਦੇ ਬਾਰੇ ਔਰ ਪਰਮੇਸ਼ਰ ਕੀ ਹੈ। ਸੋ ਅਸੀਂ ਪਹਿਲਾਂ ਦੇਖਾਂਗੇ ਕਿ ਇਹ ਪਰਮੇਸ਼ਰ ਸ਼ਬਦ ਜਿਹੜਾ ਅਸੀਂ ਬੋਲਦੇ ਹਾਂ, ਰੱਬ, ਪਰਮਾਤਮਾ, ਭਗਵਾਨ, ਈਸ਼ਵਰ, ਗॉड, ਲਾਰਡ, ਇਹ ਸਾਡੇ ਤੱਕ ਕਿੱਦਾਂ ਪਹੁੰਚਿਆ। ਸੋ ਪਵਿੱਤਰ ਬਾਈਬਲ ਪਰਮੇਸ਼ਰ ਦਾ ਵਚਨ ਮੂਲ ਰੂਪ ਵਿੱਚ ਇਬਰਾਨੀ ਭਾਸ਼ਾ ਵਿੱਚ ਲਿਖਿਆ ਗਿਆ ਹੈ, ਔਰ ਸਭ ਤੋਂ ਪਹਿਲਾਂ ਇਬਰਾਨੀ ਭਾਸ਼ਾ ਵਿੱਚ ਲਿਖਿਆ ਗਿਆ ਔਰ ਪਰਮੇਸ਼ਰ ਲਈ ਇਬਰਾਨੀ ਭਾਸ਼ਾ ਵਿੱਚ ਵਰਤਿਆ ਗਿਆ ਸ਼ਬਦ ਹੈ ਏਲ ਅਤੇ ਅਲੋਹ। ਇੱਕ ਵਚਨ ਸ਼ਬਦ ਹੈ, ਇਹ ਪਰਮੇਸ਼ਰ ਲਈ ਵਰਤਿਆ ਗਿਆ ਹੈ ਬਾਈਬਲ ਦੇ ਵਿੱਚ, ਔਰ ਇਹ ਇਬਰਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੁੰਦਾ ਬਲਵਾਨ ਜਾਂ ਬਲਵੰਤ ਪਰਮੇਸ਼ਰ, ਮਹਾਨ ਜਾਂ ਅਤ ਮਹਾਨ ਪਰਮੇਸ਼ਰ, ਜੋ ਸਾਡੀ ਪਹੁੰਚ ਤੋਂ ਦੂਰ ਹੋਵੇ ਅਤੇ ਜੋ ਸਭ ਕੁਝ ਕਰਨ ਦੀ ਤਾਕਤ ਤੇ ਸਾਮਰਥ ਰੱਖਦਾ ਹੋਵੇ। ਅਸੀਂ ਦੇਖਦੇ ਹਾਂ ਫਿਰ ਇਬਰਾਨੀ ਦਾ ਸ਼ਬਦ ਹੈ ਈਮ। ਜਦੋਂ ਈਮ ਸ਼ਬਦ ਜਿਹੜਾ ਹੈ, ਜਦੋਂ ਏਲ ਜਾਂ ਇਲੋਹ ਦੇ ਨਾਲ ਇਸ ਨੂੰ ਜੋੜਦੇ ਹਾਂ ਤੇ ਕੀ ਬਣਦਾ, ਸਾਡੇ ਕੋਲ ਇਲੋਹਿਮ ਪਹੁੰਚਦਾ ਹੈ। ਤੁਸੀਂ ਬਹੁਤ ਵਾਰ ਪ੍ਰਭੂ ਸੇਵਕਾਂ ਦੇ ਦੁਆਰਾ ਸੁਣਿਆ ਹੋਏਗਾ ਇਲੋਹਿਮ ਪਰਮੇਸ਼ਰ ਦੇ ਬਾਰੇ, ਤੁਸੀਂ ਬਾਈਬਲ ਵਿੱਚ ਜਾਂ ਬਾਈਬਲ ਸੇਵਕਾਂ ਤੋਂ ਸੁਣਿਆ ਹੋਏਗਾ, ਪਰੰਤੂ ਇਹ ਸ਼ਬਦ ਸਾਨੂੰ ਕੇਵਲ ਉਦੋਂ ਹੀ ਪਤਾ ਲੱਗਦਾ ਜਦੋਂ ਅਸੀਂ ਇਸ ਨੂੰ ਇਬਰਾਨੀ ਭਾਸ਼ਾ ਵਿੱਚ ਪੜ੍ਹਦੇ ਹਾਂ। ਜਿਸ ਤਰ੍ਹਾਂ ਅਸੀਂ ਇਸ ਨੂੰ ਅੱਗੇ ਵੇਖਾਂਗੇ, ਜਦੋਂ ਅਸੀਂ ਦੋਨਾਂ ਸ਼ਬਦਾਂ ਨੂੰ ਏਲ ਜਾਂ ਈਮ ਨੂੰ ਜੋੜਦੇ ਹਾਂ ਤੇ ਇਹ ਬਹੁਵਚਨ ਸ਼ਬਦ ਬਣ ਜਾਂਦਾ ਹੈ। ਅਗਲਾ ਸਲਾਈਡ। ਹੁਣ ਦੇਖਾਂਗੇ ਅਸੀਂ ਬਾਈਬਲ ਵਿੱਚ ਪਰਮੇਸ਼ਰ ਲਈ ਵਰਤਿਆ ਗਿਆ ਸ਼ਬਦ ਇਲੋਹਿਮ, ਇਹਦੇ ਬਾਰੇ ਦੇਖਾਂਗੇ। ਹਾਂ, ਅਸੀਂ ਹੁਣ ਤੱਕ ਦੇਖਿਆ ਹੈ ਕਿ ਜਦੋਂ ਦੋਨਾਂ ਸ਼ਬਦਾਂ ਨੂੰ ਜੋੜਦੇ ਹਾਂ ਤੇ ਸਾਡੇ ਤੱਕ ਪਹੁੰਚਦਾ ਹੈ ਇਲੋਹਿਮ ਸ਼ਬਦ, ਤੇ ਇਸ ਨੂੰ ਅਸੀਂ ਬਾਈਬਲ ਦੀ ਪਹਿਲੀ ਕਿਤਾਬ ਦੇ ਵਿੱਚ ਵੇਖਦੇ ਹਾਂ, ਜਿੱਥੇ ਪੰਜਾਬੀ ਦੇ ਵਿੱਚ ਲਿਖਿਆ ਹੈ ਆਕਾਸ਼ ਆਦਿ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ। ਹੁਣ ਇਸ ਨੂੰ ਜਦੋਂ ਅਸੀਂ ਹਿਬਰੂ ਦੇ ਵਿੱਚ ਪਰਮੇਸ਼ਰ ਨੂੰ ਹਿਬਰੂ ਵਿੱਚ ਪੜਾਂਗੇ ਤੇ ਬਾਕੀ ਸੈਂਟੈਂਸ ਨੂੰ ਪੰਜਾਬੀ ਵਿੱਚ ਪੜਾਂਗੇ ਤਾਂ ਇਸ ਪ੍ਰਕਾਰ ਹੋਏਗਾ, ਆਦਿ ਵਿੱਚ ਇਲੋਹਿਮ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ। ਸੋ ਮੇਰਾ ਵਿਸ਼ਵਾਸ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਹਾਂ। ਸੋ ਬਾਈਬਲ ਦੀ ਪਹਿਲੀ ਕਿਤਾਬ ਉਤਪਤੀ ਉਹਦਾ 1 ਅਧਿਆਇ 1 ਦੇ ਵਿੱਚ ਜੋ ਸ਼ਬਦ ਪਰਮੇਸ਼ਰ ਲਈ ਇਸਤੇਮਾਲ ਹੋਇਆ ਹੈ ਉਸ ਨੂੰ ਇਲੋਹਿਮ ਕਹਿੰਦੇ ਹੈ। ਇਹ ਇਬਰਾਨੀ ਭਾਸ਼ਾ ਦਾ ਸ਼ਬਦ ਹੈ
सो इस नूं साडे तक परमेश्वर किद्दां शब्द पहुंचिया, इस नूं अंग्रेजी दे विच जदों अनुवाद किया गया इस शब्द नूं, ते अंग्रेजी दे विच इस नूं गॉड शब्द दिता गया। गॉड शब्द एक वचन शब्द है, जिथों बहुत सारे परमेश्वरां दी सिक्ख्या नहीं बल्कि एक शब्द होने दे नाल एक ही परमेश्वर की शिक्षा निकलती है। सो ओलोहिम चाहे दो शब्दों का जोड़ के बनया है, पर वो जरूर बहुवचन शब्द है, पर बहुत सारे परमेश्वर नहीं उहदे विच हैगे। सो बाइबल इस गल का खंडन करती है, तो आखदी है एक ही परमेश्वर है। सो आओ असीं हुण देखांगे गॉड शब्द जो साडे तक पहुंचा है उसकी परिभाषा। ठीक है, गॉड शब्द का अर्थ असीं वेखांगे। तुसीं जो लोग पढ़े लिखे ने, जो लोग साधारण ने, ये वीडियो उन्हां दोनों के लिए है जो परमेश्वर नूं जानना चाहते हैं तो परमेश्वर नूं समझना चाहते हैं। गॉड 3 अखरां का यह शब्द है, GOD गॉड। जी का मतलब है निर्माता, यानी पैदा करने वाला। जब असीं बाइबल परमेश्वर के पवित्र वचन असीं पढ़ते हैं, उहदा उत्पत्ति का 1 और 2 अध्याय नूं पढ़ते हैं, तो सानूं पता लगता है परमेश्वर के बारे, इस निर्माता के बारे। क्यों इसनों इंग्लिश में गॉड शब्द दिता, तो किस तरह साडे कोल परमेश्वर रब परमात्मा ये शब्द साडे तक पहुंचे। सो जो असीं उत्पत्ति की किताब उहदा 1 ते 2 अध्याय पढ़ते हैं, उहदे विच असीं देखते हैं कि परमेश्वर ने शुरुआत विच धरती आकाश नूं किस तरह बनाया, किस तरह उसने चानन ते हनेरे नूं वखरा किया, और किस प्रकार उन्हें अंबर अते पानी नूं वखरा किया, और किस प्रकार उन्हें जमीन अते जमीन विच आने वाले सारे बीज नूं उत्पन्न किया, किस प्रकार उन्हें समुद्र अलग किया, और किस प्रकार उन्हें सूरज चंद तारे और गलैक्सी जिन्नियां भी तुसीं सुनते हो वेखते हो सब बनाइया, और किस प्रकार उसने जिउंदे प्राणी जिहड़े पानियां दे विच सी धरती ते चलदे सी, किस प्रकार बनाए। अते छठे दिन उसने परमेश्वर ने मनुष्य जाति नूं, ताडे और मेरे पूर्वज आदम नूं बनाया। वो सारा वर्णन उत्पत्ति की किताब 1 अध्याय अते उहदी 2 आयत 1 अध्याय अते दूसरे अध्याय विच लिखा होया है। सो दूसरा शब्द असीं गॉड दे विच वो देखते हैं जिहदा मतलब हुंदा संचालक, चलाउण वाला। इहनूं असीं रसूलां दे किताब, नए नियम की किताब है रसूलां दे काम। जब असीं इसनूं रसूलां दे काम विच पढ़ते हाँ तो इस प्रकार इहदे विच लिखिया होया है, जो असीं 24 आयत तो पढ़ना शुरू करते हैं। वो परमेश्वर जी ने संसार अते जो कुछ उहदे विच है रचिया, वो आकाश अते धरती का मालक होके हत्थां दे बनाया होया मंदिरां विच नहीं वसदा। सो लिखिया है, अते ना ही किसी चीज़ तो थोड़ के मनुखां दे हथों सेवा करवांदा है, क्यों जो वो आप सबनां नूं जीवन, साह अते सब कुछ दिंदा है। ਉਹਦਾ मतलब चलाउण वाला परमेश्वर। हुण इत्थे 25 आयत विच लिखिया, वो आप ही सारिਆਂ ਨੂੰ जीवन दिंदा है। जो असीं साह लै रहे हैं वो साह सानूं बख्शदा है, अते सब कुछ साडे जीवन लई जो कुछ सानूं जरूरत है वो सारी नीड्स साडियां पूरीਆਂ करदा है। तो तुसीं सो इस नूं बाइबल दे जिहड़े जानकार आ रसूलां दे काम तुसीं पढ़ रहे हो, 17 अध्याय 24 तो लैके 28 आयत तक पढ़ोगे, तुहानूं पता लगेगा तुहाडा गॉड जिहड़ा तुहाडा परमेश्वर जिहड़ा जिहदे लई ਇਹ ਔ शब्द जिहड़ा वा वो शब्द जिहड़ा है जिहदा मतलब संचालक हुंदा है, चलाउण वाला, और किस प्रकार उसकी व्याख्या की गई है। तीसरा शब्द देखांगे असीं, परमेश्वर का डी शब्द इस्तेमाल होता है गॉड दे विच, वो है उसका मतलब है विनाशक, नाश करने वाला। सो मेरे प्रियो, जब तुसीं बाइबल की उत्पत्ति की किताब उसका 6 अध्याय उसकी 7 आयत ते याकूब 4 की 12 नूं पढ़ोगे तो तुहानूं पता लगेगा कि परमेश्वर जिहड़ा सब कुछ बनाने की ताकत रखता है, जो बलवंत परमेश्वर है, तो वो मटाने की भी सामर्थ रखता है। उत्पत्ति दे विच एक बार परमेश्वर ने धरती नूं विनाश करने की असीं सामर्थ नूं वेखदे हां कि किस तरह परमेश्वर ने उस धरती नूं जो पाप दे विच बिगड़ गई सी उसनूं विनाश किया सी। पानी जिसनूं जल परलो कहा जाता है, और याकूब 4 की 12 यही दस रही है कि परमेश्वर जिहड़ा है जे बनाउण विच सामर्थी है, बचाउण विच सामर्थी है, तो नाश करन विच भी सामर्थी परमेश्वर है। सो मैं परमेश्वर का धन्यवाद करता हाँ। इस वीडियो के द्वारा मैं आप सब जी नूं ये कहना चाहुंदा हाँ कि तुसीं इस चैनल नूं जरूर लाइक करो, शेयर करो, दूजियां तक ये जानकारी पहुँचाओ। जिहड़े लोग साधारण तरीके नाल चर्च विच बलीवर ने, जो ज़्यादा नहीं पढ़ पाते, ज़्यादा नहीं समझ पा रहे, उन्होंने मैं बहुत साधारण तरीके दे नाल लैके आ रहा वां कि परमेश्वर की है। अगलियां इहदियां जिहड़ियां भी 8-10 वीडियो जिन्नियां भी होणगियां वो सब इसी प्रकार होणगियां कि परमेश्वर की है, अते उसके बारे असीं पूरी तरीके दे नाल जानकारी हासिल करांगे। सो आप सब जी नूं आशीष देना हाँ, प्रभु यीशु मसीह के नाम च आप सब नूं बरकत मिले। सब नूं जय मसीह।